ਵਰੇ ਪਹਿਲਾਂ ਲੋਕ ਦੰਦਾਂ ਦਾ ਦਰਦ ਰਹਿ ਕੇ ਸਾਲ-ਸਾਲ ਜਿਉਂਦੇ ਰਹਿੰਦੇ, ਉਸ ਤਰ੍ਹਾਂ ਹੀ ਰਹਿੰਦੇ ਅਤੇ ਫਿਰ ਜਾ ਕੇ ਪੰਜਾਬ ਠੀਕ ਕਰਾਉਂਦੇ। ਅਤੇ ਹੁਣ ਬਹੁਤ ਸੌਖਾ ਹੋ ਗਿਆ, ਐਕਸਟੈਂਡਰਡ ਮੈਡੀਕਲ ਬੈਨੀਫਿਟਸ ਨੇ, ਉਹਦੇ ਵਿੱਚ ਜ਼ਿਆਦਾਤਰ ਅਸੀਂ ਦੰਦਾਂ ਦਾ ਇਲਾਜ ਇੱਥੇ ਹੀ ਕਰਦੇ। ਡੈਂਟਿਸਟ ਆ, ਇੱਕ ਡਾਕਟਰ ਹੈ, ਇੱਕ ਡੈਂਚਰਿਸਟ ਨੇ, ਜਿਹੜੇ ਦੰਦਵੀੜ ਤੁਹਾਡੀ ਫਿੱਟ ਕਰਦੇ ਨੇ, ਜਿਹੜੇ ਕਿਤੇ ਵੀ ਪਾਰਸ਼ੀਅਲ ਜਾਂ ਪੂਰੇ ਜਾਂ ਘੱਟ ਦੰਦ ਟੁੱਟ ਗਏ ਉੱਥੇ ਸੈੱਟ ਕਰਨੇ। ਸੋ ਇਹ ਡੈਂਚਰਿਸਟ ਦਾ ਕੰਮ ਹੈ। ਅੱਧੇ ਦੰਦ ਨਿਕਲ ਗਏ, ਸਾਰੇ ਨਿਕਲ ਗਏ, ਕੁਝ ਵੀ ਹੋ ਗਿਆ, ਉਹਦੇ 'ਚ ਦੰਦਵੀੜ ਜਿਹਨੂੰ ਡੈਂਚਰ ਕਹਿੰਦੇ ਆਪਾਂ, ਆਪਣੇ ਮਾਪਿਆਂ ਨੇ ਲਵਾਏ ਹੋਏ ਨੇ, ਅਤੇ ਉਹਦੇ ਲਈ ਡੈਂਚਰਿਸਟ ਚਾਹੀਦਾ। ਡੈਂਚਰਿਸਟ ਦੀ ਇੱਕ ਪੜ੍ਹਾਈ ਆ, ਪੂਰੀ ਡਿਗਰੀ ਹੈ। ਸੋ ਰਜਿਸਟਰਡ ਡੈਂਚਰਿਸਟ ਗਗਨ ਚਾਹਲ ਮੇਰੇ ਨਾਲ ਨੇ। ਅੱਜ ਗੱਲਬਾਤ ਉਹਨਾਂ ਨਾਲ ਕਰਦੇ ਹਾਂ ਕਿ ਇਹ ਪ੍ਰੋਸੀਜਰ ਕਿਵੇਂ ਆ। ਇੱਕ ਨਵੀਂ ਟੈਕਨੀਕ ਆਈ ਹੈ, ਜਦ ਬੁੱਟ ਘਸ ਜਾਂਦੇ ਨੇ, ਹੱਡੀਆਂ ਘਸ ਜਾਂਦੀਆਂ ਨੇ, ਤਾਂ ਫਿਰ ਜਿਹੜੇ ਦੰਦਵੀੜ ਉਹ ਸੂਤ ਨਹੀਂ ਬਹਿੰਦੀ। ਉਹਦੇ ਲਈ ਇੱਕ ਸਕਸ਼ਨ ਡੈਂਚਰ ਜਿਹੜੇ ਨੇ, ਇੱਕ ਨਵੀਂ ਤਕਨੀਕ ਹੈ ਜਾਪਾਨ ਤੋਂ ਆਈ, ਉਹਦੇ ਬਾਰੇ ਵੀ ਅੱਜ ਗੱਲਬਾਤ ਕਰਦੇ ਹਾਂ। ਗਗਨ ਜੀ, ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ ਸਰ। ਮੇਰਾ ਨਾਮ ਗਗਨਦੀਪ ਚਾਹਲ ਆ ਜੀ, ਤੇ ਮੈਂ ਕੀਪ ਸਮਾਈਲਿੰਗ ਡੈਂਚਰ ਕਲੀਨਿਕ ਦੀ ਓਨਰ ਆ। ਤੇ ਸਾਡੀਆਂ 2 ਲੋਕੇਸ਼ਨਸ ਨੇ, ਸਰੀ ਤੇ ਐਬਸਫੋਰਡ ਦੇ ਵਿੱਚ, ਤੇ ਮੈਂ ਰਜਿਸਟਰਡ ਡੈਂਚਰਿਸਟ ਹਾਂ। ਸੋ ਡੈਂਚਰਸ ਦਾ ਮਤਲਬ ਇਹ ਹੁੰਦਾ ਵੀ ਉਹਦਾ ਕਲੀਨਿਕ ਪਲੱਸ ਲੈਬ ਹੁੰਦੀ ਆ, ਤੇ ਉਹ ਸਿਰਫ ਤੇ ਸਿਰਫ ਡੈਂਚਰਸ ਬਣਾਉਂਦਾ ਹੈਗਾ। ਜੀ, ਅੱਛਾ। ਜਿਹੜੇ ਹੁਣ ਜਦ ਕੋਈ ਆਉਂਦਾ ਤੁਹਾਡੇ ਕੋਲ, ਪਹਿਲੀ ਤਾਂ ਗੱਲ ਇਹ ਹੈ ਵੀ ਕਿਹੜੇ ਬੰਦੇ ਜਾਂ ਕਿਹੜੇ ਮਰੀਜ਼ ਜਿਹੜੇ ਆ ਸਕਦੇ ਨੇ ਜਿਹੜੇ ਡੈਂਚਰਿਸਟ ਕੋਲ ਜਾਣ? ਇੱਕ ਡੈਂਟਿਸਟ ਆ, ਇੱਕ ਡੈਂਚਰਿਸਟ ਆ। ਤੁਸੀਂ ਅਲੱਗ ਕਿਵੇਂ ਹੋ ਡੈਂਟਿਸਟ ਨਾਲ? ਸੋ ਡੈਂਟਿਸਟ ਤੇ ਡੈਂਚਰਿਸਟ ਦੇ ਵਿੱਚ ਮੇਜਰ ਫਰਕ ਇਹ ਹੈ ਕਿ ਅਸੀਂ ਸਿਰਫ ਤੇ ਸਿਰਫ ਡੈਂਚਰਸ ਬਣਾਉਣੇ ਹੈਗੇ। ਥੋੜਾ ਜਿਹਾ ਮਾਈਕ ਨੇੜੇ ਕਰਿਓ ਜੀ, ਆਵਾਜ਼ ਘੱਟ ਆ ਰਹੀ ਹੈ ਤੁਹਾਡੀ। ਹਾਂਜੀ, ਅਸੀਂ ਸਿਰਫ ਤੇ ਸਿਰਫ ਡੈਂਚਰਸ ਬਣਾਉਣੇ ਆ। ਡੈਂਚਰਸ ਕਿਸੇ ਵੀ ਤਰ੍ਹਾਂ ਦੇ ਹੋ ਸਕਦੇ ਆ, ਐਂਡ ਡੈਂਚਰਸ ਦਾ ਮਤਲਬ ਰਿਮੂਵੇਬਲ, ਜਿਹੜੇ ਪੇਸ਼ੈਂਟਸ ਆਪਦੇ ਹੱਥ ਨਾਲ ਲਾ ਪਾ ਸਕਣ, ਉਹ ਵਾਲੇ ਡੈਂਚਰਸ। ਸੋ ਰਿਮੂਵੇਬਲ ਡੈਂਚਰਸ ਕਹਿ ਦਿੰਦੇ ਆ ਅਸੀਂ ਉਹਨਾਂ ਨੂੰ। ਉਹਦੇ ਵਿੱਚ ਕੰਪਲੀਟ ਡੈਂਚਰਸ ਵੀ ਆਉਂਦੇ ਆ, ਪਾਰਸ਼ਲਸ ਵੀ ਆਉਂਦੇ ਹੈਗੇ ਆ। ਸੋ ਪਾਰਸ਼ਲਸ ਤੇ ਕੰਪਲੀਟ ਦਾ ਬਿਗ ਡਿਫਰੈਂਸ ਇਹ ਆ, ਪਾਰਸ਼ਲ ਮਤਲਬ ਸਾਰੇ ਦੰਦ ਨਿਕਲੇ ਹੋਏ ਮੂੰਹ ਚੋਂ, ਬਿਲਕੁਲ ਖਾਲੀ ਮੂੰਹ, ਤੇ ਪਾਰਸ਼ਲ ਦਾ ਮਤਲਬ ਇਹ ਹੁੰਦਾ ਵੀ ਚਾਹੇ ਇੱਕ ਦੰਦ ਨਿਕਲਿਆ ਹੋਇਆ ਤੇ ਚਾਹੇ 4 ਦੰਦ ਨਿਕਲੇ ਹੋਇਆ, ਬਾਕੀ ਸਾਰੇ ਪਏ ਆ, ਚਾਹੇ ਉੱਪਰ ਨਿਕਲਿਆ ਚਾਹੇ ਥੱਲੇ ਨਿਕਲਿਆ, ਇਹਦਾ ਫਰਕ ਨਹੀਂ, ਤੇ ਕਿਸੇ ਪਾਸੇ ਵੀ ਨਿਕਲਿਆ। ਹਾਂਜੀ, ਡਜ਼ਨਟ ਮੈਟਰ, ਮੂੰਹ ਚੋਂ ਕਿਤੇ ਵੀ ਨਿਕਲੇ ਹੋਣ, ਅਸੀਂ ਉਹ ਦੰਦ ਲਾ ਸਕਦੇ ਹਾਂ। ਸੋ ਅਸੀਂ ਉਹਨਾਂ ਨੂੰ ਪਾਰਸ਼ਲਸ ਕਹਿੰਦੇ ਹਾਂ। ਸਿਰਫ ਆਪਾਂ ਅਕਲ ਜਾੜਾ ਨਹੀਂ ਲਾਉਂਦੇ। ਆਈ ਜਸਟ ਵਾਂਟ ਟੂ ਮੇਕ ਸ਼ੋਰ, ਕਿਉਂਕਿ ਕੋਈ ਲੋਕ ਇਹਨੇ ਕਹਿੰਦੇ ਮੇਰੇ ਅਕਲ ਜਾੜ ਨਿਕਲੀ, ਮੈਂ ਉਹ ਲਵਾ ਲਾਂ। ਅਕਲ ਜਾੜ ਚਾਹੀਦੀ ਹੀ ਆਪਾਂ ਨੂੰ, ਆਪਾਂ ਤਾਂ ਹੀ ਕਢਾਉਂਦੇ ਉਹਨਾਂ ਨੂੰ। ਅੱਛਾ, ਜੇ ਦਾੜ ਵਾਲੇ ਪਾਸਿਓਂ ਦਾੜਾਂ ਨਿਕਲ ਜਾਣ, ਹਾਂਜੀ, ਤੇ ਇੱਕ ਉੱਥੇ ਆਪਸ਼ਨ ਇਹ ਹੋਵੇ ਵੀ ਇੱਥੇ ਜਿਹੜਾ ਡੈਂਟਿਸਟ ਸਕਰੀਊ ਲਾ ਕੇ ਉਹਦੇ ਉੱਪਰ ਦਾੜ ਲਾ ਦੇਗਾ। ਹਾਂਜੀ, ਇੱਕ ਤੁਹਾਡਾ ਫਰਕ ਕੀ ਹੈ? ਡਿਫਰੈਂਸ ਇਜ਼ ਬਿਗ ਡਿਫਰੈਂਸ ਪ੍ਰਾਈਸ ਦਾ ਹੈਗਾ, ਇੰਪਲਾਂਟਸ ਦਾ। ਤੇ ਦੂਸਰੀ ਚੀਜ਼ ਇਹ ਆ ਕਿ ਇੰਪਲਾਂਟਸ ਦੀ ਸਰਜਰੀ ਹੋਣੀ ਆ, ਫਿਰ ਉਹ ਸਕਰੂ ਇਨ ਹੋਣੇ ਆ, ਤੇ ਫਿਰ ਉੱਤੇ ਕਰਾਊਨ ਲੱਗਣਾ, ਜਿਹੜਾ ਉਤਲਾ ਦੰਦ ਹੁੰਦਾ ਹੈਗਾ। ਸੋ ਬਟ ਆਪਾਂ ਨੂੰ ਵੇਟ ਨਹੀਂ ਕਰਨ ਦੀ ਲੋੜ ਹੈਗੀ, ਐਂਡ ਇਟਸ ਕੁਆਇਟ ਅਫੋਰਡੇਬਲ ਡੈਂਚਰਸ ਆਪਾਂ ਕਹਿ ਸਕਦੇ ਹਾਂ ਵੀ, ਅਫੋਰਡੇਬਲ ਐਜ਼ ਕੰਪੇਅਰ ਟੂ ਇੰਪਲਾਂਟਸ ਡੈਂਚਰਸ। ਬਜ਼ੁਰਗਾਂ ਦੇ, ਮੈਂ ਘਰ ਦੇ ਵਿੱਚ ਪਿਤਾ ਜੀ ਦੇ ਅਗਲੇ ਦੰਦ ਜਦ ਅਸੀਂ ਉਹ ਪਾਰਸ਼ਲ ਉਹਨੂੰ ਬਣਾਇਆ, ਤੇ ਉਹ ਪਹਿਲਾਂ ਡੈਂਟਿਸਟ ਨਾਲ ਟਰਾਈ ਕੀਤੀ, ਬ੍ਰਿਜ ਜਿਹੜਾ ਕੀਤਾ ਬਾਹਰਲੇ ਦੰਦਾਂ 'ਤੇ, ਜਦ ਉਹਨੂੰ ਹੈਂਗ ਕੀਤਾ ਉਹ ਦੰਦ ਹਿੱਲ ਗਏ। ਸੋ ਇੱਕ ਸਮੇਂ ਆ ਕੇ ਫਿਰ ਦੰਦਵੀੜ ਹੀ ਕੰਮ ਕਰਦੀ ਆ ਵਧੀਆ, ਜਿਹੜੀ ਅਸਲ ਗੱਲ ਹੈ। ਕਿਉਂਕਿ ਜਿਹੜਾ ਪਾਰਸ਼ਲ ਆ, ਉਹਨੇ ਇੱਕ ਦੰਦ ਤੋਂ ਨਹੀਂ ਹੈਲਪ ਲੈਣੀ। ਉਹ ਕਾਸਟ ਪਾਰਸ਼ਲ ਬਣਦੇ ਹੈਗੇ, ਨੀਚੇ ਮੈਟਲ ਫਰੇਮਵਰਕ ਬਣਦਾ, ਉੱਤੇ ਐਕ੍ਰੀਲਿਕ ਬਣਦਾ, ਉੱਤੇ ਦੰਦ ਲੱਗਦੇ ਆ। ਸੋ ਉਹਦੀਆਂ ਆਲੇ ਦੁਆਲੇ ਹੁਕਸ ਬਣਦੀਆਂ। ਸੋ ਦੇਰ ਲਾਈਕ 3-4 ਦੰਦਾਂ ਤੋਂ ਆਪਾਂ ਹੈਲਪ ਲੈ ਲੈਂਦੇ ਹਾਂ। ਅਪਰੋਕਸੀਮੇਟਲੀ ਜਿੰਨੇ ਕੁ ਦੰਦ ਤੁਹਾਡੇ ਮੂੰਹ 'ਚ ਹੁੰਦੇ ਹੈਗੇ, ਆਪਾਂ ਉਹਨਾਂ ਸਾਰਿਆਂ ਤੋਂ ਹੈਲਪ ਲੈ ਲੈਂਦੇ ਹਾਂ। ਅੱਛਾ ਜੀ, ਇਹਨੂੰ ਫਿਰ ਜਿਹੜਾ ਲੈਬ ਤੁਸੀਂ ਕਹਿੰਦੇ ਹੋ, ਇੱਕ ਡੈਂਚਰਿਸਟ ਦੇ ਨਾਲ ਲੈਬ ਦਾ ਵੀ ਕੰਮ ਆ, ਫਿਰ ਇਹਨੂੰ ਪੂਰਾ ਐਨ ਸਾਈਜ਼ ਲੈ ਕੇ ਫਿਰ ਬਣਾਉਂਦੇ ਹੋ ਜੀ ਪੂਰਾ? ਹਾਂਜੀ, ਆਪਾਂ ਨੂੰ 5 ਅਪਾਇੰਟਮੈਂਟਸ ਚਾਹੀਦੀਆਂ ਹੁੰਦੀਆਂ, ਸਟਾਰਟ ਟੂ ਫਿਨਿਸ਼, ਐਨੀ ਟਾਈਪ ਆਫ ਡੈਂਚਰ। ਕਈ ਵਾਰੀ ਉਸ ਤੋਂ ਜ਼ਿਆਦਾ ਵੀ ਹੋ ਜਾਂਦੀਆਂ ਹੈ, ਪਰ ਬੇਸਿਕ 5 ਸਟੈਪਸ ਨੇ, ਤੇ ਉਹਨਾਂ ਦੇ ਪਿੱਛੇ ਫॉर ਈਚ ਸਟੈਪ, ਕਲੀਨਿਕਲ ਸਟੈਪ ਦੇ ਬੈਕ ਲੈਬ ਦਾ ਕੰਮ ਹੁੰਦਾ ਹੈਗਾ, ਜਿਹੜਾ ਕਿ ਸਾਰਾ ਮੇਰੇ ਕਲੀਨਿਕ ਦੇ ਵਿੱਚ ਮੈਂ ਹੀ ਕਰਦੀ ਹੈਗੀ ਹਾਂ, ਪਰ ਕਈਆਂ ਨੇ ਨਾਲ ਟੈਕਨੀਸ਼ੀਅਨਸ ਵੀ ਰੱਖੇ ਹੁੰਦੇ ਹੈਗੇ ਆ। ਇੱਕ ਇਹ ਦੱਸਿਓ ਵੀ ਜਦ ਇੱਕ ਵਾਰ ਡੈਂਚਰ ਲਾ ਲੇ,
ਹਾਂਜੀ। ਉਹਦੇ ਬਾਅਦ ਫਿਰ ਜਦ ਮੁਸ਼ਕਲਾਂ ਆਉਂਦੀਆਂ ਉਹ ਢਿੱਲੇ ਹੁੰਦੇ ਨੇ, ਉਹਨਾਂ ਦੇ ਕਾਰਨ ਕੀ ਨੇ? ਉਹ ਢਿੱਲੇ ਜੇ ਇੱਕ ਤਾਂ ਮੇਨ ਚੀਜ਼ ਹੁੰਦੀ ਹੈ ਕਿ ਜਿਹੜੀ ਆਪਣੀ ਹੱਡੀ ਆ ਉਹ ਚੇਂਜ ਹੁੰਦੀ ਆ। ਜੇ ਤਾਂ ਮੈਂ ਅੱਜ ਦੰਦ ਕਢਾਏ ਆ ਤਾਂ ਜਿਹੜੇ ਮੇਰਾ ਪਹਿਲਾ ਸਾਲ ਆ ਉਦੋਂ ਹੱਡੀ ਦਾ ਚੇਂਜ ਹੋਣ ਦਾ ਪ੍ਰੋਸੈਸ ਬਹੁਤ ਫਾਸਟ ਹੁੰਦਾ, ਕਿਉਂਕਿ ਉਹਦੇ 'ਚ ਦੰਦ ਖੜੇ ਸੀ, ਹੁਣ ਉਹ ਨਿਕਲ ਗਏ ਆ। ਸੋ ਫੜਨ ਨੂੰ ਹੱਡੀ ਨੂੰ ਕੁਛ ਨਹੀਂ ਬਚਿਆ। ਸੋ ਉਹਨਾਂ ਕੀਪ ਗਰੋਇੰਗ, ਮਤਲਬ ਕੀਪ ਰਿਜ਼ੋਰਪਸ਼ਨ ਹੋਣੀ ਆ ਉਹਦੀ, ਉਹਨੇ ਘਸਣਾ ਹੀ ਘਸਣਾ ਫॉर श्योर। ਸੋ ਇਸ ਕਰਕੇ ਉਹ ਪਹਿਲੇ ਸਾਲ ਬਹੁਤ ਜ਼ਿਆਦਾ ਘਸਦੀ ਹੈ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਤੁਹਾਨੂੰ ਪਹਿਲਾ ਡੈਂਚਰ ਲਵਾਉਣ ਤੋਂ 6 ਮਹੀਨੇ ਬਾਅਦ ਕਈ ਵਾਰੀ ਰੀਲਾਈਨ ਕਰਾਉਣਾ ਪੈ ਜਾਂਦਾ। ਰੀਲਾਈਨ ਦਾ ਮਤਲਬ ਹੁੰਦਾ ਉਹਨੂੰ ਦੁਬਾਰਾ ਟਾਈਟ ਕਰ ਦਿੰਦੇ ਹਾਂ ਅਸੀਂ ਥੱਲਿਓਂ। ਅੱਛਾ। ਹਾਂਜੀ। ਤੇ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਦੰਦ ਜਿਹੜੇ ਕੁਛ ਤਾਂ ਨਿਕਲ ਗਏ, ਕੁਛ ਕਢਾਉਣੇ ਪੈਣ, ਤੁਸੀਂ ਆਪ ਚੈੱਕ ਕਰਕੇ ਦੱਸਦੇ ਹੋ ਵੀ ਇਹ ਦੰਦ ਆ ਕੱਢਣੇ ਪੈਣੇ? ਮਤਲਬ ਪੇਸ਼ੈਂਟ ਦੋਨੇ ਤਰ੍ਹਾਂ ਨਾਲ ਮੇਰੇ ਕੋਲ ਆ ਜਾਂਦੇ ਆ। ਕਈ ਵਾਰੀ ਸਾਰਾ ਖਾਲੀ ਹੁੰਦਾ ਮੂੰਹ, ਤੇ ਕਈ ਵਾਰੀ ਬਚੇ ਹੁੰਦੇ ਆ ਕੁਛ ਦੰਦ। ਜੇ ਤਾਂ ਉਹਨਾਂ ਨੇ ਚੈੱਕਅਪ ਕਰਾਇਆ ਹੁੰਦਾ ਡੈਂਟਿਸਟ ਤੋਂ ਤਾਂ ਫਿਰ ਮੈਂ ਸਟਾਰਟ ਕਰ ਲੈਂਦੀ ਹਾਂ ਪਿਛਲੇ 1 ਸਾਲ ਦੇ ਵਿੱਚ। ਜੇ ਉਹਨਾਂ ਨੇ ਨਹੀਂ ਕਰਾਇਆ ਹੁੰਦਾ ਤਾਂ ਫਿਰ ਮੈਂ ਕਈ ਵਾਰੀ ਡੈਂਟਿਸਟ ਨੂੰ ਭੇਜਦੀ ਹੈਗੀ ਹਾਂ, ਤਾਂ ਉਹਨਾਂ ਨੂੰ ਦੱਸਦੀ ਹਾਂ ਵੀ ਤੁਸੀਂ ਡੈਂਟਿਸਟ ਤੋਂ ਜਾ ਕੇ ਚੈੱਕਅਪ ਕਰਾ ਕੇ ਆਓ। ਉਹ ਆਪਾਂ ਨੂੰ ਜ਼ਿਆਦਾ ਬੈਟਰ ਦੱਸ ਸਕਦੇ ਆ ਵੀ ਕਿਹੜੇ ਦੰਦ ਵਧੀਆ ਸਾਊਂਡਲੀ ਹਜੇ ਜਾਣਗੇ ਤੇ ਆਪਾਂ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ, ਤੇ ਕਿਹੜੇ ਦੰਦ ਹਜੇ ਫਾਇਦਾ ਨਹੀਂ ਹੈਗਾ ਵੀ ਆਪਾਂ ਉਹਨਾਂ ਨੂੰ ਰੱਖੀਏ ਮੂੰਹ ਦੇ ਵਿੱਚ। ਇਹ ਜਿਹੜੀ ਨਵੀਂ ਹੁਣ ਆਪਾਂ ਪਿਛਲੇ 2 ਮਹੀਨੇ ਦੀ ਗੱਲ ਕਰਨ ਲੱਗੇ ਆ ਵੀ ਜਾਪਾਨੀ ਤਕਨੀਕ ਨਾਲ ਇੱਕ ਸਕਸ਼ਨ ਡੈਂਚਰ ਤੁਸੀਂ ਬਣਾਉਂਦੇ ਹੋ, ਉਹ ਕੀ ਹੈ ਜੀ? ਇਹ ਡਾਕਟਰ ਐਬੀ ਹੈ ਜਾਪਾਨ ਤੋਂ, ਉਹ ਡੈਂਟਿਸਟ ਹੈ ਉੱਥੇ, ਉਹ ਹਜੇ ਵੀ ਹੈਗੇ ਆ। ਐਂਡ ਹੀ ਰਟ ਅ ਬੁੱਕ। ਹੌਲੀ ਹੌਲੀ ਉਹਨਾਂ ਦੀ ਟੈਕਨੀਕ ਵਰਲਡ ਦੇ ਵਿੱਚ ਫੇਮਸ ਹੋ ਰਹੀ ਹੈਗੀ ਆ। ਇਹ 2 ਮਹੀਨੇ ਪੁਰਾਣੀ ਟੈਕਨੀਕ ਨਹੀਂ ਆ ਮੈਂ ਕਹੂੰਗੀ, ਇਹ 2000 ਆਪਾਂ ਗੱਲ ਕਰਨ ਲੱਗੇ ਆ, ਮਤਲਬ ਮੈਂ ਸਰਟੀਫਾਈਡ ਹੋਈ ਆ 2 ਮਹੀਨੇ ਤੋਂ। ਦੈਟਸ ਵਾਈ ਵੀ ਆਰ ਟਾਕਿੰਗ ਅਬਾਊਟ। ਤੇ ਮਤਲਬ ਇਹ 2002 ਤੋਂ ਫੇਮਸ ਹੈਗੀ ਹੈ, ਜਿਹੜੀ ਕਿ ਉਹਨਾਂ ਨੇ ਆਪ ਸ਼ੁਰੂ ਕੀਤੀ ਹੈ ਸੀਗੀ। ਇਹਦਾ ਸਕਸ਼ਨ ਡੈਂਚਰਸ ਕਹਿ ਦਿੰਦੇ ਆਪਾਂ ਨੂੰ। ਇਹ ਜ਼ਿਆਦਾ ਹੈਲਪਫੁਲ ਲੋਅਰ ਡੈਂਚਰ ਦੇ ਲਈ ਹੈ, ਜਿਨ੍ਹਾਂ ਦੇ ਸਾਰੇ ਦੰਦ ਨਿਕਲ ਚੁੱਕੇ ਆ ਤੇ ਥੱਲੇ ਹੱਡੀ ਬਿਲਕੁਲ ਨਹੀਂ ਰਹਿੰਦੀ ਹੈਗੀ। ਅੱਛਾ। ਤੇ ਫਿਰ ਉਹਨਾਂ ਦੇ ਲਈ ਸਕਸ਼ਨ ਡੈਂਚਰਸ ਬਹੁਤ ਜ਼ਿਆਦਾ ਹੈਲਪਫੁਲ ਨੇ। ਉਹ ਕਿਵੇਂ ਬਣਦੇ ਆ ਜੀ, ਅਲੱਗ ਕਿਵੇਂ ਨੇ? ਹਾਂਜੀ, ਇਹ 2 ਤਰ੍ਹਾਂ ਦੇ ਡੈਂਚਰਸ ਹੁੰਦੇ ਆ, ਜਿਹੜੇ ਕੰਪਲੀਟ ਡੈਂਚਰਸ ਹੁੰਦੇ ਆ, ਸਾਰੇ ਡੈਂਚਰਸ ਹੁੰਦੇ ਆ। ਇੱਕ ਤਾਂ ਸਟੈਂਡਰਡ ਡੈਂਚਰ ਹੁੰਦੇ ਜਿਹੜੇ ਆਪਾਂ ਨਾਰਮਲੀ, ਮੈਂ ਵੀ ਅੱਜ ਤੱਕ ਉਹੀ ਲਾ ਰਹੀ ਸੀਗੀ। ਤੇ ਇੱਕ ਹੁੰਦੇ ਹੈਗੇ ਆ ਸਕਸ਼ਨ ਡੈਂਚਰਸ। ਇਹਨਾਂ ਦਾ ਬਿਗ ਡਿਫਰੈਂਸ ਇਹ ਆ ਕਿ ਉਹਦੇ ਵਿੱਚ ਜਦੋਂ ਆਪਾਂ ਸਟੈਂਡਰਡ ਡੈਂਚਰ ਦੇ ਵਿੱਚ ਜਦੋਂ ਆਪਾਂ ਇੰਪ੍ਰੈਸ਼ਨ ਲੈਂਦੇ ਹਾਂ, ਨਾਪ ਲੈਂਦੇ ਹਾਂ, ਤਾਂ ਮੈਂ ਮੂੰਹ ਖੋਲ ਕੇ ਲੈਂਦੀ ਹਾਂ ਨਾਪ, ਪੇਸ਼ੈਂਟ ਦਾ ਮੂੰਹ ਖਿਲਾ ਕੇ ਲੈਂਦੇ ਹਾਂ, ਤੇ ਪ੍ਰੈਸ਼ਰ ਮੈਂ ਪਾਉਂਦੀ ਹਾਂ, ਤੇ ਹੱਥਾਂ ਨਾਲ ਉਹਦੇ ਲਿਪਸ ਨੂੰ ਮੈਨੀਪੂਲੇਟ ਮੈਂ ਆਪ ਕਰਦੀ ਹਾਂ। ਸਾਰਾ ਕੁਛ ਮੂਵਮੈਂਟਸ ਮੈਂ ਆਪ ਕਰਵਾਉਂਦੀ ਹਾਂ ਐਂਡ ਮੈਂ ਕਰਦੀ ਹਾਂ। ਜਿਹੜੇ ਸਕਸ਼ਨ ਡੈਂਚਰਸ ਆ ਉਹਨਾਂ ਦਾ ਬਿਗ ਡਿਫਰੈਂਸ ਇਹ ਆ ਵੀ ਇੱਕ ਤਾਂ ਕਲੋਜ਼ਡ ਮਾਊਥ ਟੈਕਨੀਕ ਆ, ਮੂੰਹ ਬੰਦ ਕਰਕੇ ਲਿੱਤੇ ਜਾਂਦੇ ਆ। ਵੀ ਜਸਟ ਪੁੱਟ ਦਾ ਇੰਪ੍ਰੈਸ਼ਨ ਮਟੀਰੀਅਲ ਮੂੰਹ ਦੇ ਵਿੱਚ ਮਟੀਰੀਅਲ ਪਾਉਂਦੇ ਆ, ਤੇ ਫਿਰ ਉਹਨਾਂ ਨੂੰ ਹੈਲਪ ਕਰਦੇ ਆ ਵੀ ਤੁਸੀਂ ਇੱਦਾਂ ਮੂਵਮੈਂਟਸ ਕਰਨੀਆਂ। ਤੇ ਬਿਗ ਚੀਜ਼ ਆ ਕਿ ਉਹ ਆਪਦਾ ਬਾਈਟ ਪ੍ਰੈਸ਼ਰ ਔਨ ਰੱਖਦੇ ਆ। ਸੋ ਨਾਪ ਲੈਣ ਲਈ ਹੈ ਇਹ ਟੈਕਨੀਕ? ਹਾਂਜੀ, ਇਹ ਨਾਪ ਹੀ ਬੇਸਿਕ ਇਹਦਾ ਇੰਪ੍ਰੈਸ਼ਨ ਹੈ। ਅੱਛਾ। ਤੇ ਫਿਰ ਉਹਦੀ ਜਿਹੜੀ ਜਦ ਬਣਾਉਂਦੇ ਹੋ ਆਪਣੀ ਲੈਬ ਦੇ ਵਿੱਚ, ਉਹਦਾ ਵੀ ਕੋਈ ਬਣਾਉਣ ਦਾ ਹੀ ਫਰਕ ਹੈਗਾ ਜੀ? ਉਹ ਜ਼ਿਆਦਾ ਪ੍ਰਸੀਜ਼ਨਲੀ ਡੈਂਚਰ ਬਣਦਾ ਹੈਗਾ ਜਿਹੜਾ ਸਕਸ਼ਨ ਡੈਂਚਰ ਆ। ਉਹਦਾ ਇਹ ਹੈਗਾ ਵੀ ਉਹਦੀ ਜਿਹੜੀ ਬਾਰਡਰਸ ਨੇ ਅਸੀਂ ਉਹਨਾਂ ਨੂੰ ਟੱਚ ਨਹੀਂ ਕਰਦੇ। ਜਿਹੜਾ ਕੁਛ ਪੇਸ਼ੈਂਟ ਦੇ ਮੂੰਹ 'ਚ ਰਿਕਾਰਡ ਹੋ ਗਿਆ, ਦੈਟ ਵਿਲ ਬੀ ਦ ਫਾਈਨਲ ਬਾਰਡਰਸ ਫॉर ਮਾਈ ਡੈਂਚਰ। ਠੀਕ ਹੈ, ਉਹਨਾਂ ਨੂੰ ਬਿਲਕੁਲ ਨਹੀਂ ਟੱਚ ਕਰਨਾ ਮੈਂ, ਕਿਉਂਕਿ ਮੈਂ ਫਿਰ ਸੀਲ ਬ੍ਰੇਕ ਕਰੂੰਗੀ। ਉਹ ਇੱਕ ਸੀਲ ਬਣਾਉਂਦੇ ਆ ਤੁਹਾਡੇ ਮੂੰਹ ਦੇ ਵਿੱਚ। ਜਦੋਂ ਪੇਸ਼ੈਂਟ ਆਪਦੀ ਬਾਈਟ ਪ੍ਰੈਸ਼ਰ ਆਪਦਾ ਪਾਉਂਦਾ ਹੈਗਾ, ਜਿੰਨਾ ਕੋ ਪ੍ਰੈਸ਼ਰ ਪਾਉਂਦਾ ਖਾਣ ਪੀਣ ਲੱਗਾ ਜਾਂ ਬੋਲਣ ਲੱਗਾ, ਜਦੋਂ ਉਹਨੇ ਪ੍ਰੈਸ਼ਰ ਨਾਲ ਡੈਂਚਰਸ ਬਣਦੇ ਆ ਤਾਂ ਜ਼ਿਆਦਾ ਬੈਟਰ ਸਟੇਬਲ ਰਹਿੰਦੇ ਆ ਮੂੰਹ ਦੇ ਵਿੱਚ। ਬਿਲਕੁਲ ਠੀਕ। ਜਿਹੜੇ ਦੂਸਰੇ ਡੈਂਚਰਸ ਆ, ਕਿਉਂਕਿ ਉਹਨਾਂ ਦਾ ਪ੍ਰੈਸ਼ਰ ਮੈਂ ਪਾਉਣੀ ਆ ਜਾਂ ਕੋਈ ਵੀ ਡੈਂਚਰਿਸਟ ਪਾਉਂਦਾ, ਫਿਰ ਉਹ ਇੰਨੇ ਸਟੇਬਲ ਨਹੀਂ ਰਹਿੰਦੇ, ਕਿਉਂਕਿ ਖਾਣ ਲੱਗੇ ਉਨਾ ਪ੍ਰੈਸ਼ਰ ਨਹੀਂ ਪੈਂਦਾ, ਬੋਲਣ ਲੱਗੇ ਉਨਾ ਨਹੀਂ ਪੈਂਦਾ। ਸੋ ਜਿਹੜੇ ਸਕਸ਼ਨ ਡੈਂਚਰਸ ਆ ਉਹਨਾਂ ਦੇ ਜਿਹੜੇ ਬਾਰਡਰਸ ਹੁੰਦੇ ਆ, ਉਹ ਇੱਕ ਤਰ੍ਹਾਂ ਨਾਲ ਇੱਕ ਏਅਰ ਟਾਈਟ ਸੀਲ ਬਣਾ ਦਿੰਦੇ ਆ। ਹੱਡੀਆਂ ਘਸਣ ਦਾ ਕਾਰਨ ਉਮਰ ਹੈ ਜੀ ਜਾਂ ਕੁਝ ਹੋਰ ਵੀ? ਆਪਣੇ ਜਿਹੜੇ ਉੱਪਰਲਾ ਤੇ ਥੱਲੇ ਵਾਲਾ ਜਬਾੜਾ, ਉਹਨਾਂ ਦੀਆਂ ਹੱਡੀਆਂ ਡਿਫਰੈਂਸ ਹੁੰਦੀਆਂ ਹੈਗੀਆਂ। ਸੋ ਥੱਲੇ ਵਾਲੀ ਹੱਡੀ ਆਪਣੀ ਥੋੜੀ ਜਿਹੀ ਕਮਜ਼ੋਰ ਹੁੰਦੀ ਹੈ। ਜੇ ਉਹ ਨਾ ਕਮਜ਼ੋਰ ਹੋਵੇ ਤਾਂ ਜੇ ਆਪਣੇ ਸੱਟ ਲੱਗੇ ਤਾਂ ਉਹ ਆਪਣੇ ਸਿਰ 'ਚ ਜਾਊਗੀ। ਜਿਹੜਾ ਉਹਦਾ ਹੱਡੀ ਦਾ ਮੇਨ ਸਟਾਰਟ ਹੁੰਦੀ ਹੈ ਜਿੱਥੋਂ, ਉਹ ਚੀਜ਼ ਆਪਣੇ ਬ੍ਰੇਨ 'ਚ ਜਾ ਕੇ ਸਟਕ ਹੋਊਗੀ। ਸੋ ਉਹ ਵੀਕ ਹੈ, ਕੁਦਰਤੀ ਰੱਬ ਨੇ ਉਹਨੂੰ ਬਣਾਇਆ ਵੀ ਸੱਟ ਲੱਗੇ ਤਾਂ ਟੁੱਟ ਜੇ। ਸੋ ਮੇਨ ਕਾਰਨ ਇਹ ਆ। ਦੂਜਾ ਹੈਗਾ ਗ੍ਰੈਵਿਟੀ, ਥੱਲੇ ਨੂੰ ਫੋਰਸ ਪੈਂਦੀਆਂ ਹੈਗੀਆਂ ਜਦੋਂ ਆਪਾਂ ਖਾਂਦੇ ਹੈਗੇ ਆ, ਘਸਦਾ ਹੈਗਾ। ਸੋ ਇਸ ਕਰਕੇ ਲੋਅਰ ਡੈਂਚਰਸ ਜ਼ਿਆਦਾ ਅਨਸਟੇਬਲ ਰਹਿੰਦੇ ਆ ਤੁਹਾਡੇ ਮੂੰਹ ਦੇ ਵਿੱਚ, ਹਿਲਦੇ ਜੁਲਦੇ ਰਹਿੰਦੇ ਹੈਗੇ ਆ। ਸੋ ਦੰਦਵੀਰ ਦੀ ਇਹਦੀ ਸੰਭਾਲ ਕੀ ਹੈ ਜੀ? ਜਿਹੜੀ ਡੈਂਚਰ ਦੀ ਸੰਭਾਲ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ? ਮੇਨ ਸੰਭਾਲ ਦੇ ਵਿੱਚ ਮੈਂ ਇਹ ਕਹੂੰਗੀ ਵੀ ਉਹਨਾਂ ਨੂੰ ਰੀਲਾਈਨ ਜ਼ਰੂਰ ਕਰਾਓ। ਕਲੀਨਿੰਗ ਇਜ਼ ਅ ਵਨ ਪ੍ਰੋਸੈਸ, ਉਹ ਤਾਂ ਤੁਸੀਂ ਸਾਫ਼ ਕਰ ਰਹੇ ਹੋ ਦੰਦ, ਪਰ ਜੇ ਤੁਸੀਂ ਕਹੋਗੇ ਮੈਂ ਇਹਨਾਂ ਨੂੰ ਸੰਭਾਲਣਾ ਚਾਹੁੰਦਾ ਤਾਂ ਉਹਨਾਂ ਨੂੰ ਰੀਲਾਈਨ ਕਰਾਓ। ਐਵਰੀ 2 ਈਅਰ ਤੁਹਾਡੇ ਮੂੰਹ ਦੇ ਵਿੱਚ ਬਹੁਤ ਸਾਰੇ ਚੇਂਜਿਸ ਆ ਜਾਂਦੇ ਆ, ਤੇ ਜਿਹੜਾ ਡੈਂਚਰ ਆ ਉਹ ਰੇਜ਼ਨ ਆ, ਉਹ ਚੇਂਜ ਨਹੀਂ ਹੁੰਦਾ ਹੈਗਾ। ਉਹਨੇ ਤਾਂ ਉੱਥੇ ਹੀ ਖੜਾ ਰਹਿਣਾ ਹੈਗਾ।
ਮੂੰਹ ਚੇਂਜ ਹੋ ਜਾਂਦਾ, ਉਹ ਚੇਂਜ ਨਹੀਂ ਹੁੰਦਾ, ਆਪਾਂ ਉਹਨੂੰ ਸਾਰੀ ਉਮਰ ਲਈ ਕਹਿ ਦਿੰਦੇ ਵੀ ਐਂ ਚੱਲਣਾ ਹੈਗਾ। ਐਵਰੀ 5 to 6 ਈਅਰ ਅਸੀਂ ਕਹਿੰਦੇ ਡੈਂਚਰ ਚੇਂਜ ਕਰਨ ਵਾਲਾ ਹੁੰਦਾ, ਐਵਰੀ 2 ਈਅਰ ਉਹ ਰੀਲਾਈਨ ਕਰਾਉਣ ਵਾਲਾ ਹੁੰਦਾ ਹੈ। ਰੀਲਾਈਨ ਫਿਰ ਕਿਵੇਂ ਸੂਤ ਕਰਦੇ ਹੋ ਜੀ? ਰੀਲਾਈਨ ਆਪਾਂ ਜਿਹੜਾ ਇੰਪ੍ਰੈਸ਼ਨ ਹੈਗਾ ਡੈਂਚਰ ਦੇ ਨਾਲ ਹੀ ਮੂੰਹ 'ਚ ਲੈਂਦੇ ਆ। ਮਟੀਰੀਅਲ ਥੱਲੇ ਪਾ ਕੇ ਡੈਂਚਰ ਪਾ ਕੇ ਇੰਪ੍ਰੈਸ਼ਨ ਦੋਨੇ ਚੀਜ਼ਾਂ ਇਕੱਠੀਆਂ ਮੂੰਹ ਦੇ ਵਿੱਚ ਰਿਕਾਰਡ ਹੁੰਦੀਆਂ ਹੈਗੀਆਂ, ਤੇ ਫਿਰ ਆਪਾਂ ਉਹਨੂੰ ਰੀਲਾਈਨ ਜਿਹੜਾ ਥੱਲੇ ਵਾਲਾ ਦਾ ਬੇਸ ਹੈਗਾ, ਜਿਹੜੀ ਸਰਫੇਸ ਮੂੰਹ ਨੂੰ ਟੱਚ ਹੋਣੀ ਹੈਗੀ ਹੈ, ਕਿਉਂਕਿ ਟਾਈਟ ਤਾਂ ਉਹੀ ਕਰਨ ਵਾਲੀ ਆ, ਉਹ ਆਪਾਂ ਦੁਬਾਰਾ ਟਾਈਟ ਕਰ ਦਿੰਦੇ ਹੈਗੇ ਆ, ਐਕਸਟਰਾ ਮਟੀਰੀਅਲ ਉੱਤੇ ਹੋਰ ਐਡ ਹੋ ਜਾਂਦਾ। ਪੜ੍ਹਾਈ ਕਿੰਨੀ ਕੁ ਹੈ ਜੀ ਡੈਂਚਰਿਸਟ? ਤੁਸੀਂ ਪੜ੍ਹ ਕੇ ਆਏ ਹੋ, ਡਿਗਰੀ ਕੀਤੀ ਹੈ, ਸਰਟੀਫਿਕੇਸ਼ਨ ਦਾ ਕੀ ਮਤਲਬ ਹੈ? ਜਿਹੜੀ ਸੈਕਸ਼ਨ ਡੈਂਚਰ ਦੀ ਉਹ ਡਿਫਰੈਂਟ ਆ, ਜਿਹੜੇ ਡੈਂਚਰਿਸਟ ਦੀ ਉਹ ਡਿਫਰੈਂਟ ਆ। ਦੇयर ਆਰ 2 ਟਾਈਪਸ ਆ। ਪਹਿਲਾਂ ਤਾਂ ਤੁਹਾਨੂੰ ਰਜਿਸਟਰਡ ਡੈਂਚਰਿਸਟ ਬਣਨ ਲਈ ਤੁਹਾਨੂੰ ਪ੍ਰੋਗਰਾਮ ਲਈ ਜਾਣਾ ਪੈਂਦਾ, ਅੰਡਰ 2 ਈਅਰ ਪ੍ਰੋਗਰਾਮ ਹੈਗਾ, ਪਲੱਸ ਇੰਟਰਨਸ਼ਿਪ, ਆ ਕਾਈਂਡ ਆਫ 3 ਈਅਰ ਪ੍ਰੋਗਰਾਮ ਹੈਗਾ। ਫਿਰ ਉਸ ਤੋਂ ਬਾਅਦ ਤੁਸੀਂ ਲਾਇਸੈਂਸ ਐਗਜ਼ਾਮ ਲਈ ਜਾਂਦੇ ਹੋ, ਤੁਹਾਨੂੰ ਲਾਇਸੈਂਸ ਐਗਜ਼ਾਮ ਮਿਲਦਾ ਹੈ, ਉਹਦੇ ਵੀ 2 ਪਾਰਟ, ਇੱਕ ਥਿਊਰੀ ਪਾਰਟ, ਇੱਕ ਪ੍ਰੈਕਟੀਕਲ ਪਾਰਟ ਹੈ। ਜੋ ਤੁਸੀਂ ਉਹ ਸਾਰਾ ਕਲੀਅਰ ਕਰ ਲੈਂਦੇ ਹੋ, ਤੁਹਾਨੂੰ ਲਾਇਸੈਂਸ ਮਿਲਦਾ ਹੈਗਾ ਕਿ ਤੁਸੀਂ ਆਪਦੀ ਪ੍ਰੈਕਟਿਸ ਕਰ ਸਕਦੇ ਹੋ। ਪਹਿਲੀ ਚੀਜ਼ ਇਹ ਆ। ਉਸ ਤੋਂ ਬਾਅਦ ਤੁਸੀਂ ਜਾਣਦੇ ਹੈਗੇ ਆ ਸੈਕਸ਼ਨ ਡੈਂਚਰ ਦੀ ਸਰਟੀਫਿਕੇਸ਼ਨ ਲਈ। ਇਹ ਅਲੱਗ ਤੋਂ ਇੱਕ ਕੋਰਸ ਕਰਨਾ ਪੈਂਦਾ ਹੈਗਾ, ਸਾਰੇ ਨਹੀਂ ਇਹਨੂੰ ਕਰ ਸਕਦੇ। ਜਿੰਨਾ ਚਿਰ ਤੁਸੀਂ ਕੋਰਸ ਨਹੀਂ ਕਰਦੇ ਉਹਨਾਂ ਚਿਰ ਡਾਕਟਰ ਐਬੀ ਦੀ ਟੈਕਨੀਕ ਤੁਸੀਂ ਯੂਜ਼ ਨਹੀਂ ਕਰ ਸਕਦੇ। ਤੁਸੀਂ ਲਾ ਲਓ ਵੀ ਉਸ ਡਾਕਟਰ ਨੇ ਇਹਨੂੰ ਇਦਾਂ ਹੀ ਕੰਟਰੋਲ ਕੀਤਾ ਹੋਇਆ ਹੈਗਾ, ਬੰਦਾ ਹਾਂਜੀ ਵੀ ਬੰਦਾ ਸਿੱਖੇ ਤੇ ਉਸ ਤੋਂ ਬਾਅਦ ਕਰੇ ਅਪਲਾਈ, ਨਾਟ ਲਾਈਕ ਕਿ ਬਾਈ ਬੁੱਕ ਪੜ੍ਹ ਕੇ ਅਪਲਾਈ ਕਰੇ। ਜਿਹੜੀ ਡੈਂਚਰ ਬਣਾਉਣ ਦਾ ਮਟੀਰੀਅਲ ਹੈ, ਦੋਨੇ ਟੈਕਨੀਕ 'ਚ ਇੱਕ ਹੈ? ਨਹੀਂ, ਇਹਦੇ 'ਚ ਜ਼ਿਆਦਾ ਐਕਸਪੈਂਸਿਵ ਤੇ ਜ਼ਿਆਦਾ ਜਿਵੇਂ ਮਤਲਬ ਸੇਮ ਹੈ ਮਟੀਰੀਅਲ ਦਾ ਸੈਕਸ਼ਨ ਦਾ ਕੋਈ ਉਹ ਨਹੀਂ ਹੈਗਾ ਜਿਵੇਂ ਦੇਖਾਂ ਤਾਂ, ਬਟ ਇਹਦੇ ਵਿੱਚ ਤੁਸੀਂ ਜ਼ਿਆਦਾ ਸਟਰੋਂਗ ਡੈਂਚਰ ਜਿਹੜਾ ਮਟੀਰੀਅਲ ਹੈਗਾ ਉਹ ਯੂਜ਼ ਕਰਦੇ ਹੈਗੇ ਆ। BPS ਬੋਲ ਦਿੰਦੇ ਹੈਗੇ ਆ, ਬਾਈ ਫੰਕਸ਼ਨਲ ਸਿਸਟਮ। ਜਿਹੜਾ ਐਕ੍ਰੀਲਿਕ ਯੂਜ਼ ਹੁੰਦਾ ਉਹ ਯੂਜ਼ ਕਰਦੇ ਹੋ। ਬੈਟਰ ਟੀਥ ਯੂਜ਼ ਕਰਦੇ ਹੈਗੇ ਆ। ਸਾਰਾ ਕੁਛ ਜ਼ਿਆਦਾ ਬੈਟਰ ਯੂਜ਼ ਹੁੰਦਾ, ਇਹਦੇ 'ਚ ਤੁਸੀਂ ਸਟੈਂਡਰਡ ਨਹੀਂ ਯੂਜ਼ ਕਰ ਸਕਦੇ। ਕੈਨੇਡੀਅਨ ਸਿਸਟਮ ਦੇ ਵਿੱਚ ਉਹ ਬਣਾਉਣ ਵਾਲਾ ਜਿਹੜਾ ਮਟੀਰੀਅਲ ਆ ਤੇ ਭਾਰਤ ਦੇ ਮਟੀਰੀਅਲ ਦਾ ਕੋਈ ਫਰਕ ਹੈ? ਇੱਥੇ ਕੋਈ ਅਲੱਗ? ਕਿਉਂਕਿ ਬਹੁਤ ਮਾਪੇ ਜਾ ਕੇ ਕਿਰਾਏ ਆਉਂਦੇ ਆ ਉੱਥੇ ਜਾ ਕੇ। ਮਤਲਬ ਇਟ ਆਲ ਡਿਪੈਂਡਸ। ਇੱਥੇ ਵੀ ਜਿਵੇਂ ਕਹਾਂ ਤਾਂ ਐਕ੍ਰੀਲਿਕ ਚੀਪ ਆਉਂਦੇ ਹੈਗੇ ਆ, ਐਕ੍ਰੀਲਿਕ ਐਕਸਪੈਂਸਿਵ ਆਉਂਦੇ, ਐਕ੍ਰੀਲਿਕ ਚੀਪ ਆਉਂਦੇ ਆ। ਮੈਂ ਆਪਦੇ ਕਲੀਨਿਕ ਦੇ ਵਿੱਚ ਚੀਪ ਐਕ੍ਰੀਲਿਕ ਯੂਜ਼ ਨਹੀਂ ਕਰਦੀ ਹੈਗੀ, ਕਿਉਂਕਿ ਮੈਨੂੰ ਲੱਗਦਾ ਕਿ ਦੈਟ ਇਜ਼ ਅ ਬੇਸਿਕ ਪਾਰਟ, ਉਹ ਤਾਂ ਬੈਟਰ ਹੀ ਹੋਣਾ ਚਾਹੀਦਾ ਹੈਗਾ। ਸੋ ਇੰਡੀਆ ਦੇ ਵਿੱਚ ਵੀ ਸੇਮ ਹੀ ਹੋਊਗਾ, ਆਮ ਸ਼ੋਰ। ਮੈਂ ਡੈਂਟਿਸਟ ਸੀ ਇੰਡੀਆ ਦੇ ਵਿੱਚ, ਸੋ ਮੈਂ ਉੱਥੇ ਐਜ਼ ਸੱਚ ਪ੍ਰੈਕਟਿਸ ਨਹੀਂ ਕੀਤੀ, ਪਰ ਮੈਂ ਹੌਸਪੀਟਲ ਦੇ ਵਿੱਚ ਕੰਮ ਕੀਤਾ ਹੈ। ਸੋ ਹੌਸਪੀਟਲ ਦੇ ਵਿੱਚ ਜਿਹੜੀਆਂ ਸਪਲਾਈਜ਼ ਆਉਂਦੀਆਂ ਉਹ ਡਿਫਰੈਂਟ ਆਉਂਦੀਆਂ ਪ੍ਰਾਈਵੇਟ ਕਲੀਨਿਕਸ ਦੇ ਨਾਲੋਂ। ਪਰ ਮੈਨੂੰ ਪਤਾ ਵੀ ਉੱਥੇ ਜਿਹੜੇ ਪ੍ਰਾਈਵੇਟ ਕਲੀਨਿਕ ਹੈ, ਜਿਹੜੇ ਮੇਰੇ ਨਾਲ ਦੇ ਡਾਕਟਰ ਹਜੇ ਵੀ ਉੱਥੇ ਕੰਮ ਕਰ ਰਹੇ ਆ। ਸੋ ਦੇਅਰ ਆਰ ਸੋ ਮੈਨੀ ਕਲੀਨਿਕਸ ਜਿਹੜੇ ਬਹੁਤ ਵਧੀਆ ਐਕ੍ਰੀਲਿਕ ਵੀ ਯੂਜ਼ ਕਰਦੇ ਆ। ਇਟ ਆਲ ਡਿਪੈਂਡਸ ਕਿ ਤੁਸੀਂ ਉੱਥੇ ਕਿੱਥੇ ਜਾ ਰਹੇ ਹੋ, ਉਹਦਾ ਕਲੀਨਿਕ ਕਿੱਦਾਂ ਦਾ ਬੰਦੇ ਦਾ, ਤੇ ਸਾਰਾ ਕੁਛ ਕਿਵੇਂ ਹੈਗਾ। ਸੈਕਸ਼ਨ ਡੈਂਚਰ ਦੇ ਬਾਰੇ ਮੈਂ ਹੋਰ ਗੱਲ ਕਰਨੀ ਚਾਹੁੰਦਾ। ਇਹਦੇ ਕੈਂਡੀਡੇਟ ਕੌਣ ਹੋ ਸਕਦੇ ਨੇ? ਕੌਣ ਡਿਸਾਈਡ, ਤੁਸੀਂ ਦੱਸਦੇ ਹੋ ਜਾਂ ਅਸੀਂ ਸੋਚੀਏ? ਪਹਿਲੀ ਗੱਲ ਤਾਂ ਜਦੋਂ ਬੰਦੇ ਦਾ ਡੈਂਚਰ ਨਹੀਂ ਟੈਕ ਰਿਹਾ ਥੱਲੇ ਵਾਲਾ, ਉਹਨੂੰ ਟਰਬਲ ਆ, ਉਹ ਗਲੂ ਲਾ ਰਿਹਾ, ਜਾਂ ਉਹਨੂੰ ਡੈਂਟਿਸਟ ਨੇ ਕਹਿਤਾ ਤੂੰ ਇੰਪਲਾਂਟ ਹੀ ਲਵਾ ਲੈ, ਇਹ ਤੋਂ ਬਾਅਦ ਹੋਰ ਕੁਛ ਨਹੀਂ ਹੋ ਸਕਦਾ ਤੇਰੇ ਲਈ, ਤੈਨੂੰ ਇੰਪਲਾਂਟ ਲਾਉਣੇ ਪੈਣੇ ਜਾਂ ਗਲੂ ਲਾਉਣੀ ਪੈਣੀ ਆ। ਸੋ ਗਲੂ ਬਹੁਤ ਅਜੀਬ ਚੀਜ਼ ਆ। ਤੁਸੀਂ ਲਾਉਣੇ ਹੋ, ਫਿਰ ਗਰਮ ਪਾਣੀ ਪੀਤਾ, ਗਰਮ ਚਾਹ ਪੀਤੀ, ਉਹ ਲੂਜ਼ ਹੋ ਜਾਂਦੀ ਆ, ਫਿਰ ਲਾਉਣੀ ਪੈਂਦੀ ਆ, ਫਿਰ ਕਲੀਨ ਕਰਨੀ ਪੈਂਦੀ ਆ। ਸੋ ਗਲੂ ਇਜ਼ ਟੈਂਪਰੇਰੀ ਸੋਲਿਊਸ਼ਨ ਕਹਿ ਸਕਦੇ ਆ। ਇੰਪਲਾਂਟਸ ਹੈਗਾ ਵੀ ਤੁਸੀਂ ਥੱਲੇ ਇੰਪਲਾਂਟ ਲਵਾ ਲਓ ਐਂਡ ਉੱਤੇ ਡੈਂਚਰ ਲਵਾ ਲਓ, ਪਰ ਉਹ ਬਹੁਤ ਐਕਸਪੈਂਸਿਵ ਹੋ ਜਾਂਦਾ ਐਂਡ ਉਹ ਲੌਂਗ ਪ੍ਰੋਸੀਜਰ ਆ। ਇੰਪਲਾਂਟਸ ਪੈਂਦੇ ਆ, ਫਿਰ ਵੇਟ ਕਰਨੀ ਪੈਂਦੀ, ਫਿਰ ਉਹਦੇ ਉੱਪਰ ਆਪਾਂ ਡੈਂਚਰ ਲਾਉਣੇ ਹੈਗੇ ਆ। ਜਿਹੜਾ ਇਹ ਸੈਕਸ਼ਨ ਡੈਂਚਰ ਹੈਗਾ ਇਹ ਆਪਾਂ ਰਾਈਟ ਵੇ ਸਟਾਰਟ ਕਰ ਸਕਦੇ ਹਾਂ। ਤੇ ਮੇਨ ਕੈਂਡੀਡੇਟ ਉਹ ਨੇ ਜਿਹੜੇ ਕਹਿ ਦਿੰਦੇ ਆ ਵੀ ਮੇਰਾ ਥੱਲੇ ਵਾਲਾ ਡੈਂਚਰ ਟਿਕ ਨਹੀਂ ਰਿਹਾ ਹੈਗਾ, ਹਿੱਲੀ ਜਾ ਰਿਹਾ ਹੈਗਾ। ਜਦੋਂ ਸਾਡੇ ਕੋਲ ਆਉਂਦੇ ਹੈਗੇ ਆ, ਓਬਵੀਅਸਲੀ ਮੈਂ ਵੀ ਅਸੈਸਮੈਂਟ ਕਰਦੀ ਹੈਗੀ ਆ, ਦੇਖਦੀ ਹਾਂ ਵੀ ਕਿੱਦਾਂ ਕਿਵੇਂ ਕਿੰਨਾ ਹੁੰਦਾ। ਪਰ ਇੰਨਾ ਕੁ ਹੈ ਵੀ ਮੈਂ ਜਿੰਨੇ ਵੀ ਅੱਜ ਤੱਕ ਪੇਸ਼ੈਂਟਸ ਦੇ ਲਾਇਆ ਹੈਗਾ, ਉਹ ਮੈਨੂੰ ਇੱਕ ਸੈਟਿਸਫੈਕਸ਼ਨ ਵਾਲੀ ਲਾਈਨ ਇਹ ਕਹਿ ਦਿੰਦੇ ਆ ਵੀ ਅਸੀਂ ਰੋਟੀ ਖਾਣ ਲੱਗ ਗਏ। ਸੋ ਉੱਥੋਂ ਮੈਨੂੰ ਪ੍ਰੀਟੀ ਮੱਚ ਇਹ ਪਤਾ ਲੱਗ ਜਾਂਦਾ ਕਿ ਮੇਰੀ ਆਊਟਕਮ ਕੀ ਹੋ ਰਹੀ ਹੈ, ਮੈਂ ਕਿੱਥੇ ਸਟੈਂਡ ਕਰ ਰਹੀ ਹਾਂ, ਤੇ ਇਹ ਕਿੰਨਾ ਕੁ ਹੈਲਪ ਕਰ ਰਿਹਾ ਮੇਰੇ ਪੇਸ਼ੈਂਟਸ ਜੀ। ਟੈਸਟਮਨੀਜ਼ ਬੜੀਆਂ ਵਧੀਆ ਨੇ, ਬਹੁਤ ਸਾਡੇ ਨੋਨ ਗਏ ਨੇ ਤੁਹਾਡੇ ਕੋਲ, ਸਰਵਿਸਿਜ਼ ਬੜੀਆਂ ਵਧੀਆ ਨੇ ਜਿਹੜੀਆਂ। ਹਾਂ, ਦੈਟਸ ਵੰਡਰਫੁਲ। ਅੱਛਾ, ਹੁਣ ਇਹ ਦੱਸਿਓ ਵੀ ਉਹ ਜਿਹੜਾ ਪ੍ਰੋਸੀਜਰ ਹੈ ਘੱਟੋ ਘੱਟ 5 ਅਪੁਆਇੰਟਮੈਂਟ ਦਾ, ਉਹਦਾ ਟਾਈਮ ਕੀ ਹੈ? ਕਿੰਨੇ ਸਮੇਂ ਦੇ ਵਿੱਚ ਤੁਸੀਂ ਸੈੱਟ ਕਰ ਦਿੰਦੇ? ਯੂਜੂਅਲੀ ਇੱਕ ਵੀਕ ਦੀ ਅਪੁਆਇੰਟਮੈਂਟ ਹੁੰਦੀ ਹੈਗੀ, ਇੱਕ ਵੀਕ ਬਾਅਦ ਅਪੁਆਇੰਟਮੈਂਟ ਹੁੰਦੀ ਹੈਗੀ ਆ। ਪਰ ਕਈ ਵਾਰੀ ਜੇ ਕੋਈ ਪੇਸ਼ੈਂਟ ਇੱਦਾਂ ਦਾ ਹੁੰਦਾ ਵੀ ਜਿਹੜਾ ਕੁਛ ਨਾ ਕੁਛ ਐਮਰਜੈਂਸੀ ਆ, ਮੈਂ ਕਿਤੇ ਜਾਣਾ ਹੈ ਜਾਂ ਮੈਨੂੰ ਰਸ਼ ਆ, ਦੈਨ ਅਕੋਰਡਿੰਗਲੀ ਮੈਂ ਮੈਨੇਜ ਕਰ ਲੈਂਦੀ ਹੈਗੀ ਹਾਂ ਵੀ ਫਿਰ ਪਹਿਲੀਆਂ 2 ਅਪੁਆਇੰਟਮੈਂਟਸ ਮੈਂ ਛੇਤੀ ਕਰਕੇ, ਫਿਰ ਪਿੱਛੇ ਵਾਲੀਆਂ 'ਚ ਮੈਨੂੰ ਜ਼ਿਆਦਾ ਟਾਈਮ ਚਾਹੀਦਾ ਲੈਬ ਦਾ, ਫਿਰ ਮੈਂ ਉਹਦੇ ਅਕੋਰਡਿੰਗਲੀ ਕਰ ਲੈਂਦੀ ਹਾਂ। ਇਟ ਆਲ ਡਿਪੈਂਡਸ, ਵੀ ਵਰਕ ਅਰਾਊਂਡ ਜਿਵੇਂ ਵੀ ਪੇਸ਼ੈਂਟ ਨੂੰ ਚਾਹੀਦਾ। ਮੈਂ ਵੀਕਐਂਡਸ 'ਤੇ ਵੀ ਕੰਮ ਕਰਦੀ ਹਾਂ, ਬਟ ਆਲਵੇਜ਼ ਬਾਈ ਅਪੁਆਇੰਟਮੈਂਟ ਹੁੰਦਾ ਹੈਗਾ ਮੇਰਾ ਕੰਮ। ਹਾਂਜੀ, ਅਰਲੀ ਮਾਰਨਿੰਗ, ਲੇਟ ਆਵਰਸ,
whatever works. ਤੇ 2 ਹੁਣ ਬ੍ਰਾਂਚਸ ਨੇ ਆਪਣੀ? ਹਾਂਜੀ, ਅੱਛਾ। ਸਰੀ 'ਚ ਆਪਾਂ ਪਹਿਲਾਂ ਕੰਮ ਕਰ ਰਹੇ ਸੀ ਪਿਛਲੇ 2.5 ਸਾਲ ਤੋਂ, ਤੇ ਹੁਣ ਆਪਾਂ ਰੀਸੈਂਟਲੀ ਐਬਸਫੋਰਡ ਖੋਲੀ ਆ। ਉੱਥੇ ਵੀ 2 ਮਹੀਨੇ ਹੋ ਗਏ ਮੈਨੂੰ ਰਨ ਕਰਦੇ। ਸੋ ਮੈਨੇਜ ਦੋਨੇ ਜਗ੍ਹਾ ਤੁਸੀਂ ਜਾਂਦੇ ਹੋ ਆਪ? ਹਾਂਜੀ, ਮੈਂ ਹੀ ਜਾਂਦੀ ਹੈਗੀ ਆ। ਯਾ ਸੋ ਫੋਨ 7786000811 Yeah. ਇਹਦੇ ਤੇ ਅਪਾਇੰਟਮੈਂਟ ਮਿਲਣੀ ਆ ਦੋਨੇ ਬ੍ਰਾਂਚਸ ਦੀ? ਤੁਸੀਂ ਇੱਕ ਹੀ ਰੱਖੋ। ਹਾਂ, ਹਾਂਜੀ, ਇਹਦੇ ਦੈਟਸ ਅ ਤੇ ਬੈਟਰ ਵਨ। Okay. ਹਾਂਜੀ। ਤੇ ਹੋਰ ਕੁਝ ਜਿਹੜਾ ਮੈਂ ਨਾ ਪੁੱਛਿਆ ਹੋਇਆ ਕੁਝ ਐਡ ਕਰਨਾ ਚਾਹੋ? ਸਕਸ਼ਨ ਡੈਂਚਰ ਬਾਰੇ ਮੈਂ ਦੱਸਣਾ ਚਾਹੂੰਗੀ ਕਿ ਇੱਕ ਬੈਟਰ ਡੈਂਚਰਸ ਨੇ, ਬੈਟਰ ਸੀਲ ਬਣਦੀ ਆ ਮੂੰਹ ਦੇ ਵਿੱਚ, ਕਿਉਂਕਿ ਕਲੋਜ਼ ਮਾਊਥ ਟੈਕਨੀਕ ਆ। ਮੈਂ ਦੁਬਾਰਾ ਰਿਪੀਟ ਕਰਨਾ ਚਾਹੂੰਗੀ, ਕਈ ਵਾਰੀ ਸਮਝ ਨਹੀਂ ਆਉਂਦੀ ਹੈਗੀ ਆਪਾਂ ਨੂੰ ਛੇਤੀ ਦੇ ਵਿੱਚ। ਇਹਦੀ ਸਟੇਬਿਲਿਟੀ ਦੂਸਰੇ ਡੈਂਚਰ ਦੇ ਨਾਲੋਂ 80% ਤੱਕ ਜ਼ਿਆਦਾ ਬੈਟਰ ਹੈਗੀ ਆ। ਈਵਨ ਬਿਲਕੁਲ ਫਲੈਟ ਰਿਜਸ ਤੇ। ਫਲੈਟ ਰਿਜਸ ਦਾ ਮਤਲਬ ਹੱਡੀ ਹੈ ਹੀ ਨਹੀਂ, ਜਮਾਂ ਹੀ ਬਹੁਤ flat ਜ਼ਿਆਦਾ ਫਾਇਦੇ ਦੀ ਗੱਲ ਆ। ਬਜ਼ੁਰਗਾਂ ਦੇ ਕਈਆਂ ਨੂੰ ਮੁਸ਼ਕਲ ਆਉਂਦੀ ਹੈ, ਹਾਂਜੀ, ਖੜਕਦੇ ਨੇ, yeah. ਉਹ 2 ਵਾਰ ਲਵਾ ਕੇ ਵੀ ਉਹ ਕਹਿੰਦੇ ਨੇ ਮੈਂ ਕੰਫਰਟੇਬਲ ਨਹੀਂ। ਹਾਂਜੀ, ਮਤਲਬ ਮੈਂ ਵੀ ਬਣਾ ਰਹੀ ਸੀ ਸਟੈਂਡਰਡ ਡੈਂਚਰਸ, ਤਾਂ ਮੈਨੂੰ ਲੱਗਿਆ ਵੀ ਇਹ ਪ੍ਰੋਬਲਮ ਈਵਨ ਬਿਕੋਜ਼ ਸਟੈਂਡਰਡ ਡੈਂਚਰ ਬੰਦ ਹੀ ਉੱਦਾਂ ਹੈਗੇ ਆ ਜਿਵੇਂ ਸਾਰੇ ਬਜ਼ੁਰਗ ਲਾਏ ਹੋਏ ਆ। ਮੈਂ ਵੀ ਉੱਦਾਂ ਹੀ ਲਾ ਰਹੀ ਸੀ ਤੇ ਉਹ ਲੂਜ਼ ਰਹਿ ਰਹੇ ਸੀ, ਤਾਂ ਮੈਨੂੰ ਲੱਗਿਆ ਵੀ ਮੈਨੂੰ ਕੋਈ ਸੋਲੂਸ਼ਨ ਲੱਭਣਾ ਚਾਹੀਦਾ। ਅੱਛਾ, ਇੱਕ ਸਵਾਲ ਜਿਹੜੀ ਘਰੇ ਮੈਂ ਅਕਸਰ ਪਿਤਾ ਜੀ ਮੇਰੇ ਕਹਿੰਦੇ ਰਹਿੰਦੇ ਆ, ਕਹਿੰਦੇ ਯਾਰ ਉਹਨਾਂ ਦੇ ਵੀ ਲਵਾਏ ਹੋਏ ਆ ਡੈਂਚਰ, ਉਹ ਕਹਿੰਦੇ ਦਰਦ ਹੁੰਦਾ। ਦਰਦ ਫਿਰ ਕਿੱਥੇ ਹੋ ਰਿਹਾ ਹੈ? ਦਰਦ ਇਹੀ ਹੈ ਜੀ, ਦੈਟਸ ਦਾ ਮੇਨ ਰੀਜ਼ਨ। ਜਦੋਂ ਲੂਜ਼ ਰਹਿ ਜਾਂਦੇ ਆ, ਇੱਕ ਤਾਂ ਆਦਤ ਪੈ ਜਾਂਦੀ ਆ ਆਪਣੇ ਮੂੰਹ ਨੂੰ। ਪਹਿਲਾਂ ਲੂਜ਼ ਚੀਜ਼ 2-4 ਮਹੀਨੇ ਲੱਗਦੀ ਆ, ਫਿਰ ਆਪਾਂ ਕਹਿ ਦਿੰਦੇ ਨਹੀਂ ਠੀਕ ਹੈ ਠੀਕ ਹੈ ਠੀਕ ਆ, ਆਪਾਂ ਕੰਟੀਨਿਊ ਕਰ ਲੈਂਦੇ ਆ। ਆਪਣਾ ਜਿਹੜੇ ਆਲੇ ਦੁਆਲੇ ਮਸਲ ਹੈਗੇ ਆ ਮੂੰਹ ਦੇ ਆਲੇ ਦੁਆਲੇ, ਉਹ ਮਾਸ ਹੀ ਆ, ਉਹਦੀ ਇੱਕ ਮੈਮਰੀ ਹੁੰਦੀ ਹੈਗੀ ਆ। ਉਹਨੂੰ ਹੌਲੀ ਹੌਲੀ ਸਿੱਖ ਲੈਂਦਾ ਵੀ ਮੈਂ ਇਹਨੂੰ ਕੰਟਰੋਲ ਹੀ ਕਰਨਾ। ਉਹ ਮੂੰਹ ਨੂੰ ਕੰਟਰੋਲ ਕਰਨ ਲੱਗ ਜਾਂਦੇ ਆ। ਸੋ ਡੈਂਚਰ ਬਾਹਰ ਨਹੀਂ ਡਿੱਗਣ ਦਿੰਦੇ, ਕਿਉਂਕਿ ਮੂੰਹ ਫੜੀ ਰੱਖਦਾ, ਕੰਟਰੋਲ ਕਰੀ ਰੱਖਦਾ। ਪਰ ਜਦੋਂ ਖਾਂਦੇ ਆ ਤਾਂ ਉਹ ਹਿਲਦਾ, ਜਿੱਦੇ ਇੱਕ ਪਾਸੇ ਪ੍ਰੈਸ਼ਰ ਪੈਂਦਾ ਤਾਂ ਦੂਜੇ ਪਾਸੇ ਉੱਠ ਜਾਂਦਾ, ਫਿਰ ਉਹ ਦੂਜੇ ਪਾਸੇ ਖਾਂਦੇ ਤਾਂ ਦੂਸਰੇ ਪਾਸੇ ਉੱਠ ਜਾਂਦਾ, ਫਿਰ ਉਹ ਰੱਬ ਕਰਦਾ ਆਲ ਅਰਾਊਂਡ ਦਾ ਬੋਨ। ਜਦੋਂ ਰੱਬ ਕਰਦਾ ਹੈਗਾ, ਫਿਰ ਤੁਹਾਨੂੰ ਪੇਨ ਹੁੰਦੀ ਆ, ਫਿਰ ਸੋਰਨੈਸ ਹੁੰਦੀ ਆ। ਫਿਰ ਤਾਂ ਜਾਪਾਨੀ ਬਣਾਉਣਾ ਪਊ ਹੁਣ। ਦੈਟਸ ਦ ਬੈਟਰ ਆਪਸ਼ਨ ਆਈ ਵਿਲ ਸੇ। ਹਾਂਜੀ, ਧੰਨਵਾਦ ਬਹੁਤ ਬਹੁਤ। ਥੈਂਕ ਯੂ ਸੋ ਮਚ ਸਰ। ਤੁਸੀਂ ਆਏ ਤੇ ਗੱਲਬਾਤ ਇਹਦੇ ਬਾਰੇ ਕੀਤੀ, ਤੇ ਇਹਦੇ ਤੇ ਮੈਂ ਹੋਰ ਹੁਣ ਐਮਫਸਾਈਜ਼ ਆਉਣ ਵੇਲੇ ਕਰੂੰਗਾ, ਜਿਹੜੇ ਕਿਉਂਕਿ ਜ਼ਿਆਦਾਤਰ ਬਜ਼ੁਰਗਾਂ ਨੂੰ ਇਹ ਟੈਕਨੀਕ ਬਹੁਤ ਕੰਮ ਕਰੇਗੀ ਫਿਰ। ਹਾਂਜੀ, ਯਾ ਮੈਨੂੰ ਵੀ ਹੋਪ ਹੈਗੀ ਹੈ ਕਿ ਮੇਰੇ ਸਾਰੇ ਪੇਸ਼ੈਂਟਸ ਇਹਦੇ ਤੋਂ ਹੈਲਪ ਲੈਣ। ਮੈਂ ਜਿੰਨੇ ਕੁ ਪੇਸ਼ੈਂਟਸ ਦੇ ਹੁਣ ਤੱਕ ਲਾਇਆ, ਕਿਉਂਕਿ ਮੈਨੂੰ ਵੀ 2 ਹੀ ਮਹੀਨੇ ਹੋਏ ਆ ਸਰਟੀਫਾਈਡ ਹੋਏ ਨੂੰ, ਮੈਨੂੰ ਰਿਜ਼ਲਟ ਬਹੁਤ ਅੱਛੇ ਮਿਲ ਰਹੇ ਹੈਗੇ। ਆਪਾਂ ਸਰਵਿਸ ਨੂੰ ਕਰਾਂਗੇ, ਇਹਦਾ ਸੁਨੇਹਾ ਦੇਵਾਂਗੇ। ਤੇ ਧੰਨਵਾਦ ਜੀ। ਸ਼ੁਭ ਸ਼ਾਮਾ। ਗਗਨ ਚਾਹਲ ਰਜਿਸਟਰਡ ਡੈਂਚਰਿਸਟ ਨੇ ਜੀ। 778 600 0811 778 600 0811 ਇਸ ਤੇ ਹੀ ਅਪਾਇੰਟਮੈਂਟ ਬਣਾਉਣੀ ਆ। 2 ਬ੍ਰਾਂਚਸ ਨੇ ਹੁਣ, ਐਬਸਫੋਰਡ ਤੇ ਸਰੀ ਦੇ ਵਿੱਚ। ਸੋ ਗਗਨ ਚਾਹਲ ਉਹਨਾਂ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ, ਉਹਨਾਂ ਦਾ ਸੁਨੇਹਾ ਅਸੀਂ ਦਿੰਦੇ ਰਹਿੰਦੇ ਹਾਂ। ਫੋਨ ਨੰਬਰ ਭੁੱਲ ਜਾਓ ਤਾਂ ਰਿਸੈਪਸ਼ਨ ਤੇ ਫੋਨ ਕਰਕੇ ਫੇਰ ਲੈ ਲਿਓ। ਧੰਨਵਾਦ ਜੀ, ਤੁਸੀਂ ਆਏ। ਥੈਂਕ ਯੂ ਸੋ ਮਚ। ਥੈਂਕ ਯੂ।